प्यारे बच्चों, जमात पंजवीं विशा गणित के अध्याय 11 नमूने विच अज आपां तिकोनी संख्यावां अते वर्ग संख्यावां बारे सिखांगे अते अंकड़ियां आधारित कुछ नमूने समझांगे। चलो फिर शुरू करिए। मेरे कोल इत्थे एक बिंदु है। इस एक बिंदु के हेठा मैं दो बिंदुआं दी एक होर लाइन लगा दी। मेरे कोल हुण 1 जमा 2 बराबर 3 बिंदु हैं। ये 3 बिंदु त्रिकोण वर्गी शक्ल बना रहे हैं। इस प्रकार 1 ਅਤੇ 3 ਤਿਕੋਣੀ ਸੰਖਿਆਵਾਂ ਹਨ। ਤਿਕੋਣ ਨੂੰ ਹੋਰ ਵੱਡਾ ਕਰਨ ਲਈ ਮੈਂ ਇਸ ਦੇ ਹੇਠਾਂ 3 ਬਿੰਦੂ ਲਗਾ ਦਿੱਤੇ ਹਨ। ਬੱਚਿਓ, ਹੁਣ ਤਿਕੋਣ ਦੇ ਬਿੰਦੂਆਂ ਦੀ ਸੰਖਿਆ 6 ਹੋ ਗਈ ਹੈ। ਇਸ ਤਿਕੋਣ ਨੂੰ ਹੋਰ ਵੱਡਾ ਕਰਨ ਲਈ ਮੈਂ ਹੁਣ ਇਸ ਦੇ ਹੇਠਾਂ ਕਿੰਨੇ ਬਿੰਦੂ ਲਗਾਵਾਂਗੀ? ਮੈਡਮ ਜੀ 4 ਬਿੰਦੂ। ਸ਼ਾਬਾਸ਼। ਹੁਣ ਤਿਕੋਣ ਦੇ ਬਿੰਦੂਆਂ ਦੀ ਸੰਖਿਆ 10 ਹੋ ਗਈ ਹੈ। 5 ਬਿੰਦੂ ਲਗਾਉਣ ਨਾਲ 15 ਅਤੇ 6 ਬਿੰਦੂ ਹੋਰ ਲਗਾਉਣ ਨਾਲ ਇਹ ਸੰਖਿਆ ਵੱਧ ਕੇ 21 ਹੋ ਜਾਵੇਗੀ। ਇਸ ਪ੍ਰਕਾਰ 1 3 6 10 15 21 ਆਦਿ ਤਿਕੋਣੀ ਸੰਖਿਆਵਾਂ ਹਨ। ਤਿਕੋਣੀ ਸੰਖਿਆਵਾਂ ਨੂੰ ਅਨੰਤ ਤੱਕ ਵਧਾਇਆ ਜਾ ਸਕਦਾ ਹੈ। ਬੱਚਿਓ, ਇੱਕ ਬਿੰਦੂ ਨੂੰ 1 ਗੁਣਾ 1 ਬਰਾਬਰ 1 ਅਤੇ ਦੋ ਬਿੰਦੂਆਂ ਦੀਆਂ ਦੋ ਕਤਾਰਾਂ ਨੂੰ 2 ਗੁਣਾ 2 ਬਰਾਬਰ 4 ਕਹਾਂਗੇ। ਇਹ ਦੋਵੇਂ ਹੀ ਵਰਗ ਬਣਾ ਰਹੀਆਂ ਹਨ, ਇਸ ਲਈ ਇਹ ਵਰਗ ਸੰਖਿਆਵਾਂ ਹਨ। ਬੱਚਿਓ, ਇਸੇ ਤਰ੍ਹਾਂ 3 ਬਿੰਦੂਆਂ ਦੀਆਂ 3 ਕਤਾਰਾਂ ਨਾਲ ਵਰਗ ਸੰਖਿਆ 9, 4 ਬਿੰਦੂਆਂ ਦੀਆਂ 4 ਕਤਾਰਾਂ ਨਾਲ ਵਰਗ ਸੰਖਿਆ 16 ਅਤੇ 5 ਬਿੰਦੂਆਂ ਦੀਆਂ 5 ਕਤਾਰਾਂ ਨਾਲ ਵਰਗ ਸੰਖਿਆ 25, 6 ਬਿੰਦੂਆਂ ਦੀਆਂ 6 ਕਤਾਰਾਂ ਨਾਲ ਵਰਗ ਸੰਖਿਆ 36 ਬਣੇਗੀ। ਇਸੇ ਤਰ੍ਹਾਂ ਵਰਗ ਸੰਖਿਆਵਾਂ ਅਨੰਤ ਤੱਕ ਵਧਾਈਆਂ ਜਾ ਸਕਦੀਆਂ ਹਨ। ਹੁਣ ਇਹਨਾਂ ਵਰਗ ਸੰਖਿਆਵਾਂ ਦੇ 4 ਸਮੂਹਾਂ ਨੂੰ ਧਿਆਨ ਨਾਲ ਦੇਖੋ। ਇਹਨਾਂ ਵਿੱਚੋਂ ਪਹਿਲਾ ਸਮੂਹ ਅਤੇ ਤੀਸਰਾ ਸਮੂਹ ਟਾਂਕ ਸੰਖਿਆਵਾਂ ਦਾ ਹੈ ਅਤੇ ਇਹਨਾਂ ਦਾ ਵਰਗ ਵੀ ਕ੍ਰਮਵਾਰ 1 ਅਤੇ 9 ਹੈ, ਜੋ ਕਿ ਟਾਂਕ ਸੰਖਿਆਵਾਂ ਹਨ। ਇਸ ਲਈ ਬੱਚਿਓ, ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਟਾਂਕ ਸੰਖਿਆਵਾਂ ਦਾ ਵਰਗ ਹਮੇਸ਼ਾ ਟਾਂਕ ਸੰਖਿਆ ਹੀ ਹੁੰਦਾ ਹੈ। ਅਤੇ ਇਸੇ ਪ੍ਰਕਾਰ ਹੁਣ ਦੂਸਰੇ ਅਤੇ ਚੌਥੇ ਸਮੂਹ ਨੂੰ ਦੇਖੋ। ਇਹ ਦੋਵੇਂ ਜਿਸਤ ਸੰਖਿਆਵਾਂ ਦੇ ਸਮੂਹ ਹਨ ਅਤੇ ਇਹਨਾਂ ਦਾ ਵਰਗ ਕ੍ਰਮਵਾਰ 4 ਅਤੇ 16 ਹੈ, ਜੋ ਕਿ ਜਿਸਤ ਸੰਖਿਆਵਾਂ ਹਨ। ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਜਿਸਤ ਸੰਖਿਆਵਾਂ ਦਾ ਵਰਗ ਹਮੇਸ਼ਾ ਜਿਸਤ ਸੰਖਿਆ ਹੀ ਹੁੰਦਾ ਹੈ। ਵਰਗ ਸੰਖਿਆਵਾਂ ਨੂੰ ਅਸੀਂ ਵਰਗ ਰਾਹੀਂ ਵੀ ਦਰਸਾ ਸਕਦੇ ਹਾਂ। 1 ਵਰਗ ਬਰਾਬਰ ਹੈ 1 ਅਤੇ 2 ਦਾ ਵਰਗ ਬਰਾਬਰ ਹੈ 1 ਹਰਾ ਵਰਗ ਜਮਾ 3 ਗੁਲਾਬੀ ਵਰਗ ਭਾਵ 4। ਇਸੇ ਪ੍ਰਕਾਰ 3 ਦਾ ਵਰਗ ਬਰਾਬਰ ਹੈ 1 ਜਮਾ 3 ਜਮਾ 5 ਬਰਾਬਰ 9। ਇਸੇ ਪ੍ਰਕਾਰ 4 ਦਾ ਵਰਗ ਬਰਾਬਰ ਹੈ 1 ਜਮਾ 3 ਜਮਾ 5 ਜਮਾ 7 बराबर 16। बच्चों, 1 बराबर है 1 गुणा 1 ਅਤੇ 4 बराबर है 2 गुणा 2। ਇਸ ਨੂੰ ਅਸੀਂ ਟਾਂਕ ਸੰਖਿਆ 1 ਜਮਾ 3 ਦੇ ਰੂਪ ਵਿੱਚ ਵੀ ਦਰਸਾ ਸਕਦੇ ਹਾਂ, ਜੋ ਕਿ ਤੁਸੀਂ ਹੁਣੇ ਸਿੱਖਿਆ ਹੈ। ਇਸੇ ਪ੍ਰਕਾਰ 9 ਬਰਾਬਰ 3 ਗੁਣਾ 3 ਨੂੰ ਅਸੀਂ ਟਾਂਕ ਸੰਖਿਆਵਾਂ 1 ਜਮਾ 3 ਜਮਾ 5 ਦੇ ਰੂਪ ਵਿੱਚ ਲਿਖ ਸਕਦੇ ਹਾਂ। ਇਸੇ ਤਰ੍ਹਾਂ ਇਸ ਪੈਟਰਨ ਨੂੰ ਅੱਗੇ ਤੱਕ ਵਧਾ ਸਕਦੇ ਹਾਂ। ਬੱਚਿਓ, ਹੁਣ ਤੁਸੀਂ ਮੈਨੂੰ ਇਹ ਦੱਸੋ 6 ਗੁਣਾ 6 ਬਰਾਬਰ 36 ਨੂੰ ਤੁਸੀਂ ਕਿਸ ਪ੍ਰਕਾਰ ਦਰਸਾਵੋਗੇ? ਮੈਡਮ ਜੀ, ਅਸੀਂ 9 ਤੋਂ ਅਗਲੀ ਟਾਂਕ ਸੰਖਿਆ ਨੂੰ ਜੋੜ ਦੇਵਾਂਗੇ। 1 ਜਮਾ 3 ਜਮਾ 5 ਜਮਾ 7 ਜਮਾ 9 ਜਮਾ 11। ਸ਼ਾਬਾਸ਼ ਬੱਚਿਓ। ਇੱਥੇ ਸਾਡੇ ਕੋਲ 4, 9, 16 ਅਤੇ 25 4 ਲਗਾਤਾਰ ਵਰਗ ਸੰਖਿਆਵਾਂ ਹਨ। ਮੈਂ ਇਹਨਾਂ ਵਰਗ ਸੰਖਿਆਵਾਂ ਵਿੱਚੋਂ ਇਹਨਾਂ ਤੋਂ ਪਹਿਲੀ ਵਰਗ ਸੰਖਿਆ ਨੂੰ ਘਟਾਓ ਕਰ ਰਹੀ ਹਾਂ। ਸਾਡੇ ਕੋਲ ਕ੍ਰਮਵਾਰ 3, 5, 7 ਅਤੇ 9 ਉੱਤਰ ਆਇਆ ਹੈ, ਜੋ ਕਿ ਟਾਂਕ ਸੰਖਿਆਵਾਂ ਹਨ। ਇਸ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ 2 ਲਗਾਤਾਰ ਵਰਗ ਸੰਖਿਆਵਾਂ ਦਾ ਅੰਤਰ ਹਮੇਸ਼ਾ ਟਾਂਕ ਸੰਖਿਆ ਹੁੰਦਾ ਹੈ। ਬੱਚਿਓ, ਆਓ ਹੁਣ ਇਹਨਾਂ ਅੰਕੜਿਆਂ ਦੇ ਨਮੂਨੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਹਨਾਂ ਵਿੱਚ ਅਸੀਂ ਹਰ ਵਾਰ 8 ਨਾਲ ਗੁਣਾ ਕਰ ਰਹੇ ਹਾਂ ਅਤੇ ਜਦੋਂ ਜੋੜ ਰਹੇ ਹਾਂ ਤਾਂ ਅਗਲੀ ਸੰਖਿਆ ਜੋੜ ਰਹੇ ਹਾਂ। ਭਾਵ ਇਸ ਨਮੂਨੇ ਨੂੰ ਅੱਗੇ ਵਧਾਉਣ ਲਈ ਅਸੀਂ ਹਰ ਵਾਰ 8 ਨਾਲ ਗੁਣਾ ਕਰਦੇ ਜਾਵਾਂਗੇ ਅਤੇ ਉਸ ਵਿੱਚ ਅਗਲਾ ਅੰਕ ਜੋੜਦੇ ਜਾਵਾਂਗੇ। ਹੁਣ ਅੱਗੇ ਵਾਲੀਆਂ ਸੰਖਿਆਵਾਂ ਦੇਖੋ। ਸਭ ਤੋਂ ਪਹਿਲਾਂ ਸਾਡੇ ਕੋਲ 1 ਲਿਖਿਆ ਹੈ। 1 ਦੇ ਹੇਠਾਂ 1 2 ਭਾਵ 12, ਉਸ ਦੇ ਹੇਠਾਂ 1 2 3 ਭਾਵ 123, ਇਸ ਦੇ ਹੇਠਾਂ 1 2 3 4 ਆਵੇਗਾ। ਬੱਚਿਓ, ਹੁਣ ਤੁਸੀਂ ਮੈਨੂੰ ਦੱਸੋ ਕਿ ਇਸ ਦੇ ਹੇਠਾਂ ਕਿਹੜੀ ਸੰਖਿਆ ਆਵੇਗੀ? ਮੈਡਮ ਜੀ, ਇਸ ਦੇ ਹੇਠਾਂ 1 2 3 4 5 ਆਵੇਗਾ।
ਸ਼ਾਬਾਸ਼ ਬੱਚਿਓ। ਹੁਣ ਸਾਰਿਆਂ ਤੋਂ ਪਿੱਛੇ ਵਾਲੇ ਅੰਕ ਦੇਖਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਬਰਾਬਰ ਦੇ ਪਿੱਛੇ 9 ਲਿਖਿਆ ਹੈ, ਉਸ ਦੇ ਹੇਠਾਂ 9 8, ਉਸ ਦੇ ਹੇਠਾਂ 9 8 7। ਹੁਣ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਅਸੀਂ ਇਸ ਦੇ ਹੇਠਾਂ 9 8 7 6 ਲਿਖਾਂਗੇ ਅਤੇ ਉਸ ਦੇ ਹੇਠਾਂ 9 8 7 6 5 ਲਿਖਾਂਗੇ। ਬੱਚਿਓ ਇਸ ਪ੍ਰਕਾਰ ਅਸੀਂ ਪੈਟਰਨ ਨੂੰ ਅਨੰਤ ਤੱਕ ਵਧਾ ਸਕਦੇ ਹਾਂ। ਬੱਚਿਓ ਇਸ ਪ੍ਰਕਾਰ ਅੱਜ ਆਪਾਂ ਤਿਕੋਣੀ ਸੰਖਿਆਵਾਂ ਅਤੇ ਵਰਗ ਸੰਖਿਆਵਾਂ ਬਾਰੇ ਸਿੱਖਿਆ ਹੈ ਅਤੇ ਅੰਕੜਿਆਂ ਦੇ ਵੱਖ-ਵੱਖ ਨਮੂਨਿਆਂ ਨੂੰ ਸਮਝਿਆ ਹੈ। ਪਿਆਰੇ ਬੱਚਿਓ ਘਰ ਦੇ ਕੰਮ ਵਿੱਚ ਤੁਸੀਂ ਅਭਿਆਸ 11.1 ਦੇ ਦੂਜੇ, ਤੀਜੇ ਅਤੇ ਚੌਥੇ ਸਵਾਲ ਦੇ ਸਾਰੇ ਭਾਗ ਹੱਲ ਕਰਨੇ ਹਨ ਪੰਨਾ ਨੰਬਰ 233 ਅਨੁਸਾਰ। ਪੜ੍ਹਦੇ ਰਹੋ, ਵਧਦੇ ਰਹੋ। ਧੰਨਵਾਦ।